ਨਾਮ ਨਾ ਜਪੈ ਰਸਾਏ, ਜਿਹੜੀ ਪ੍ਰੇਮ ਦੇ ਨਾਲ ਵਾਹਿਗੁਰੂ ਦਾ ਨਾਮ ਨਹੀਂ ਜਪਦੀ। ਇੱਕ ਥਾਂ ਤੇ ਸਤਿਗੁਰੂ ਦੇ ਹੋਰ ਵੀ ਬਚਨ ਆਏ ਨੇ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕਟੀਐ। ਜੇ ਰਸਨਾ ਤੋਂ ਨਾਮ ਨਹੀਂ ਜਪਿਆ ਜਾਂਦਾ, ਉਹਨੂੰ ਤਿਲ ਤਿਲ ਕਰਕੇ ਕੱਟ ਦੇਣਾ ਚਾਹੀਦਾ। ਪਰ ਇੱਥੇ ਹਜ਼ੂਰ ਫਰਮਾਉਂਦੇ ਨੇ ਇਹ ਰਸਨਾ ਸੜਨ ਦੇ ਯੋਗ ਹੈ। ਜੇ ਵਾਹਿਗੁਰੂ ਦਾ ਨਾਮ ਨਹੀਂ ਜਪਦੀ ਪ੍ਰੇਮ ਦੇ ਨਾਲ, ਇਸ ਨੂੰ ਸਾੜ ਦੇਣਾ ਚਾਹੀਦਾ ਹੈ। ਘਾਟ ਬਿਨ ਸੈ ਦੁਖ ਅਗਲੋ, ਜਮ ਪਕੜੈ ਪਛਤਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਘਾਟ ਬਿਨਸੈ, ਜਦੋਂ ਇਹ ਸਰੀਰ ਰੂਪੀ ਕੜਾ ਭੱਜ ਜਾਵੇਗਾ, ਉਸ ਵੇਲੇ ਬਹੁਤਾ ਦੁੱਖ ਜੀਵ ਨੂੰ ਪ੍ਰਾਪਤ ਹੋਵੇਗਾ। ਜਮ ਪਕੜੈ ਪਛਤਾਏ, ਉਸ ਵੇਲੇ ਜਮ ਆ ਕੇ ਇਸ ਨੂੰ ਪਕੜਦਾ ਹੈ ਤੇ ਜੀਵ ਰੋਂਦਾ ਕਰਲਾਉਂਦਾ ਪਛਤਾਪ ਕਰਦਾ ਹੈ। ਮੇਰੀ ਮੇਰੀ ਕਰ ਗਏ, ਤਨ ਤਨ ਕਲਤ ਨ ਸਾਥ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿੰਨੇ ਵੀ ਜੀਵ ਨੇ ਝੂਠੀ ਮੇਰ ਤੇਰ ਕਰਦੇ ਹੋਏ ਉੱਥੋਂ ਚਲੇ ਗਏ ਨੇ। ਤਨ ਤਨ ਕਲਤ, ਕਲਤ ਪਾਠ ਕਰਨਾ, ਤਨ ਤਨ ਕਲਤ ਨਾ ਸਾਥ, ਵੀ ਨਾ ਤੇ ਸਰੀਰ ਹੀ ਨਾਲ ਗਿਆ ਜਿਹਦੀ ਮੇਰ ਕਰਦਾ ਸੀ ਵੀ ਇਹ ਸਰੀਰ ਮੇਰਾ ਹੈ, ਤੇ ਤਨ ਵੀ ਨਾਲ ਨਹੀਂ ਗਿਆ ਜਿਸ ਉੱਤੇ ਆਪਣੀ ਇਸ ਨੇ ਪਕੜ ਬਣਾਈ ਹੋਈ ਸੀ। ਤੇ ਕਲਤ ਇਸਤਰੀ ਨੂੰ ਆਪਣਾ ਜੀਵਨ ਸਾਥੀ ਮੰਨਦਾ ਸੀ, ਤੇ ਇਸਤਰੀ ਆਪਣੇ ਪਤੀ ਨੂੰ ਆਪਣਾ ਜੀਵਨ ਸਾਥੀ ਮੰਨਦੀ ਹੈ। ਪਰ ਹਜ਼ੂਰ ਕਹਿੰਦੇ ਸਾਰੇ ਜੀਵ ਮੇਰੀ ਮੇਰੀ ਕਰਦੇ ਚਲੇ ਗਏ, ਤੇ ਨਾ ਹੀ ਸਰੀਰ ਨੇ ਨਾਲ ਸਾਥ ਦਿੱਤਾ, ਨਾ ਹੀ ਧਨ ਨੇ ਸਾਥ ਦਿੱਤਾ, ਨਾ ਹੀ ਇਸਤਰੀ ਨੇ ਚੇਤਨ ਮਾਇਆ ਨੇ ਸਾਥ ਦਿੱਤਾ। ਬਿਨ ਨਾਵੇ ਧੰਨਵਾਦ ਹੈ, ਭੂਲੋ ਮਾਰਗ ਆਥ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹ ਜਿੰਨਾ ਵੀ ਧਨ ਅਸੀਂ ਇਕੱਤਰ ਕੀਤਾ ਹੋਇਆ ਸਾਰਾ ਵਿਅਰਥ ਹੀ ਹੈ। ਅਸਲੀ ਤੇ ਧਨ ਹੈ ਹੀ ਨਾਮ। ਹਰ ਨਾਮ ਤਨ ਨਿਰਮਲ ਅਤੇ ਅਪਾਰਾ, ਗੁਰ ਕੈ ਸ਼ਬਦ ਪਰੇ ਭੰਡਾਰਾ। ਨਾਮ ਤੋਂ ਬਿਨਾਂ ਜਿਹੜਾ ਹੋਰ ਧਨ ਹੈ, ਸਤਿਗੁਰੂ ਉਹਦੇ ਬਾਰੇ ਕਹਿੰਦੇ ਨੇ, ਨਾਮ ਤਾਨ ਬੈਨ ਹੋਰ ਸਭ ਵਿਖ ਜਾਣ, ਮਾਇਆ ਮੋਹ ਜਲੇ ਅਵਮਾਨ। ਨਾਮ ਤੋਂ ਬਿਨਾਂ ਬਾਕੀ ਜਿਤਨੇ ਹੋਰ ਧਨ ਨੇ ਉਹ ਤੇ ਇੱਕ ਜ਼ਹਿਰ ਹੈ। ਇਸੇ ਲਈ ਤਾਂ ਹਜ਼ੂਰ ਕਹਿੰਦੇ ਨੇ, ਬਿਨ ਨਾਵੇ ਧਨ ਬਾਦ ਹੈ। ਨਾਮ ਤੋਂ ਬਿਨਾਂ ਹੋਰ ਧਨ ਤੇ ਬਈ ਸਾਰਾ ਵਿਅਰਥ ਹੈ। ਭੂਲੋ ਮਾਰਗ ਆਥ, ਇਹ ਜਿਹੜਾ ਜੀਵ ਹੈ, ਆਥ ਦਾ ਅਰਥ ਹੈ ਮਾਇਆ ਦੇ ਪਿੱਛੇ ਪੈ ਕੇ ਅਸਲੀ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਦਾ ਪ੍ਰਾਪਤੀ ਦਾ ਰਸਤਾ ਭੁੱਲ ਗਿਆ ਹੈ। ਸਾਚੋ ਸਾਹਿਬ ਸੇਵੀਐ, ਗੁਰਮੁਖ ਅਕਥੋ ਕਾਥ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਸ ਲਈ ਝੂਠਾ ਸਾਰਾ ਸੰਸਾਰ ਦਾ ਮੋਹ ਛੱਡ ਕੇ ਸਾਚੋ ਸਾਹਿਬ ਸੇਵੀ ਹੈ, ਜਿਹੜਾ ਸੱਚਾ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਹੈ, ਉਹਦੀ ਸੇਵਾ ਕਰੋ, ਉਹਦਾ ਸਿਮਰਨ ਕਰੋ। ਗੁਰਮੁਖ ਅਕਥੋ ਕਾਥ, ਤੇ ਗੁਰੂ ਦੁਆਰਾ ਭਾਈ ਉਸ ਅਕਥ ਵਾਹਿਗੁਰੂ ਦਾ ਜਸ ਕਥਨ ਕਰਨਾ ਚਾਹੀਦਾ ਹੈ। ਆਵੇ ਜਾਏ ਭਵਾਈ ਹੈ, ਪਇਐ ਕਿਰਤ ਕਮਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਇਐ ਕਿਰਤ ਕਮਾਏ। ਇਹ ਜਿਹੜੇ ਜੀਵ ਨੇ, ਜਿਹੋ ਜੇ ਕਿਰਤ ਲੇਖ ਇਹਨਾਂ ਦੇ ਸਿਰ ਤੇ ਪਏ ਹੋਏ ਨੇ, ਉਹਨਾਂ ਦੇ ਅਨੁਸਾਰ ਆਵੇ ਜਾਏ ਭਵਾਈ ਹੈ। ਇਹ ਆਉਂਦੇ ਨੇ ਜਾਂਦੇ ਨੇ, ਇਹਨਾਂ ਨੂੰ ਜੂਨਾਂ ਦੇ ਵਿੱਚ ਭਰਮਾਇਆ ਜਾਂਦਾ। ਕਿਉਂ? ਪਇਐ ਕਿਰਤ ਕਮਾਏ। ਇਹਨਾਂ ਨੇ ਜਿਹੋ ਜੇ ਪਹਿਲਾਂ ਕਿਰਤ ਕਮਾਏ ਨੇ, ਜਿਹੋ ਜੇ ਕਰਮ ਕੀਤੇ ਨੇ, ਉਹਨਾਂ ਦਾ ਲੇਖ ਇਹਨਾਂ ਦੇ ਸਿਰ ਉੱਤੇ ਪਿਆ ਹੋਇਆ। ਉਸ ਲੇਖ ਦੇ ਮੁਤਾਬਕ ਇਹਨਾਂ ਨੂੰ ਆਉਣਾ ਜਾਣਾ ਪੈਂਦਾ, ਜੂਨਾਂ ਦੇ ਵਿੱਚ ਭਰਮਾਇਆ ਜਾਂਦਾ ਹੈ। ਪੂਰਬ ਲਿਖਿਆ ਕਿਉਂ ਮੇਟਿਐ, ਲਿਖਿਆ ਲੇਖ ਰਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਪਹਿਲਾਂ ਲੇਖ ਵਾਹਿਗੁਰੂ ਪਰਮੇਸ਼ਰ ਨੇ ਲਿਖ ਦਿੱਤਾ ਹੈ ਜੀਵ ਦੇ ਮੱਥੇ ਤੇ, ਉਹ ਕਿਵੇਂ ਮਿਟਿਆ ਜਾ ਸਕਦਾ ਹੈ? ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ। ਲਿਖਿਆ ਲੇਖ ਰਜਾਏ, ਉਸ ਰਜਾ ਦੇ ਮਾਲਕ ਨੇ ਆਪਣੀ ਰਜ਼ਾ ਦੇ ਵਿੱਚ ਜੀਵ ਦੇ ਮੱਥੇ ਤੇ ਲੇਖ ਲਿਖਿਆ ਹੈ, ਉਹ ਕਿਸੇ ਤਰ੍ਹਾਂ ਵੀ ਮਿਟਿਆ ਨਹੀਂ ਜਾ ਸਕਦਾ। ਬਿਨ ਹਰ ਨਾਮ ਨ ਛੁੱਟੀਐ, ਗੁਰਮਤਿ ਮਿਲੈ ਮਿਲਾਏ। ਬਈ ਬਿਨਾਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ, 84 ਤੋਂ, ਬੰਧਨਾਂ ਤੋਂ, ਮਾਇਆ ਦੇ ਮੋਹ ਤੋਂ ਨਹੀਂ ਛੁੱਟਿਆ ਜਾ ਸਕਦਾ। ਤੇ ਨਾਮ ਗੁਰਮਤਿ ਮਿਲੈ ਮਿਲਾਏ, ਗੁਰੂ ਦੀ ਮੱਤ ਦੁਆਰਾ ਨਾਮ ਮਿਲਦਾ ਹੈ। ਤੇ ਗੁਰੂ ਕਿਵੇਂ ਮਿਲਦਾ ਹੈ? ਗੁਰੂ ਵਾਹਿਗੁਰੂ ਪਰਮੇਸ਼ਰ ਦਾ ਮਿਲਾਇਆ ਮਿਲਦਾ ਹੈ। ਇਸ ਬਿਨ ਮੇਰਾ ਕੋ ਨਹੀਂ,
जिसका जियो प्राण। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਕਾਲ ਪੁਰਖ ਤੋਂ ਬਿਨਾ ਮੇਰਾ ਤੇ ਹੋਰ ਕੋਈ ਵੀ ਸੱਚਾ ਮਿੱਤਰ ਨਹੀਂ ਹੈ। ਜਿਸ ਕਾ ਜੀਓ ਪ੍ਰਾਣ, ਜਿਸ ਦਾ ਜੀਓ ਜੀਵਨ ਵੀ ਤੇ ਪ੍ਰਾਣ ਸਵਾਸ ਵੀ ਸਾਨੂੰ ਬਖਸ਼ਿਸ਼ ਕੀਤੇ ਹੋਏ ਹਨ। ਹਉ ਮੈਂ ਮਮਤਾ ਜਲ ਬਲੋ, ਲੋਭ ਜਲਾ ਅਭਿਮਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਝੂਠੀ ਹਉਮੈ ਹੈ ਤੇ ਮਮਤਾ, ਮਾਇਆ ਦੀ ਮਮਤਾ ਮੇਰ ਹੈ, ਪਕੜ ਹੈ, ਜਲ ਬਲੋ ਇਹ ਸੜ ਬਲ ਜਾਵੇ। ਲੋਭ ਜਲੋ ਅਭਿਮਾਨ, ਇਹਦੇ ਨਾਲ ਜਿਹੜਾ ਬਹੁਤੀ ਮਾਇਆ ਇਕੱਠੀ ਕਰਨ ਦਾ ਲੋਭ ਹੈ ਤੇ ਇਕੱਠੀ ਕੀਤੀ ਹੋਈ ਮਾਇਆ ਦਾ ਅਭਿਮਾਨ ਹੰਕਾਰ ਹੈ, ਇਹ ਵੀ ਨਾਲ ਹੀ ਸੜ ਜਾਵੇ। ਨਾਨਕ ਸ਼ਬਦ ਵਿਚਾਰੀਐ, ਪਾਈਐ ਗੁਣੀ ਨਿਧਾਨ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਨਾਨਕ ਸ਼ਬਦ ਵਿਚਾਰੀਐ, ਵੀ ਜਿਹੜਾ ਅਸਲੀ ਗੁਰੂ ਦਾ ਸ਼ਬਦ ਹੈ ਉਸ ਨੂੰ ਵਿਚਾਰਨਾ ਚਾਹੀਦਾ। ਭਾਵ ਜੋ ਸਤਿਗੁਰੂ ਨੇ ਗੁਰਬਾਣੀ ਦੁਆਰਾ ਸਾਨੂੰ ਉਪਦੇਸ਼ ਦਿੱਤੇ ਨੇ, ਇਹਨਾਂ ਦੀ ਵਿਚਾਰ ਹਰ ਗੁਰਸਿੱਖ ਮਾਈ ਭਾਈ ਨੂੰ ਕਰਨੀ ਚਾਹੀਦੀ ਹੈ। ਪਾਈਐ ਗੁਣੇ ਨਿਧਾਨ, ਤੇ ਗੁਰੂ ਸ਼ਬਦ ਦੀ ਵਿਚਾਰ ਦੁਆਰਾ ਹੀ ਉਸ ਗੁਣਾਂ ਦੇ ਖਜ਼ਾਨੇ ਅਕਾਲ ਪੁਰਖ ਨੂੰ ਪ੍ਰਾਪਤ ਕਰ ਲਈਦਾ ਹੈ, ਕਿਉਂਕਿ ਸ਼ਬਦ ਹੀ ਵਾਹਿਗੁਰੂ ਦੀ ਪ੍ਰਾਪਤੀ ਦਾ ਸਾਧਨ ਹੈ। ਸਤਿਗੁਰੂ ਦੇ ਬਚਨ ਹੈ, ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮੈਲੇ। ਇਹ ਕਲਗੀਧਰ ਪਾਤਸ਼ਾਹ ਨੇ ਅੰਤਮ ਸਮੇਂ ਖਾਲਸੇ ਨੂੰ ਬਚਨ ਕੀਤੇ ਸਨ। ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮੈਂ ਲੇਹ। ਇਸ ਲਈ ਗੁਰੂ ਸ਼ਬਦ ਦੀ ਵਿਚਾਰ ਕਰੋ, ਇਹਦੇ ਨਾਲ ਹੀ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਮਿਲਦਾ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੀ ਜਲ ਕਮਲੇ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਦੇ ਅੰਦਰ ਉੱਤਮ ਬਖਤੇ ਦੁਆਰਾ ਮਨ ਨੂੰ ਸੰਬੋਧਨ ਕਰਕੇ ਵਾਹਿਗੁਰੂ ਦੇ ਨਾਲ ਪ੍ਰੇਮ ਕਰਨ ਦਾ ਉਪਦੇਸ਼ ਦਿੰਦੇ ਹਨ। ਅਨੇਕਾਂ ਹੀ ਉਦਾਹਰਣਾਂ ਦਿੱਤੀਆਂ ਤੇ ਸਿਧਾਂਤ ਇਹੀ ਹੈ, ਮਨ ਰੇ ਕਿਉਂ ਛੂਟਾ ਹੈ ਬਿਨ ਪਿਆਰ। ਐ ਮਨਾ, ਜਿੰਨਾ ਚਿਰ ਤੱਕ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਤਰ ਤੀਬਰ ਤਮ ਪਿਆਰ ਨਹੀਂ ਕਰੇਗਾ ਤੇ ਕਿਵੇਂ ਛੁੱਟ ਸਕਦਾ, ਨਹੀਂ ਛੁੱਟ ਸਕਦਾ। ਗੁਰਮੁਖ ਅੰਤਰ ਰਵ ਰਹਿਆ ਬਖਸ਼ੇ ਭਗਤ ਭੰਡਾਰ। ਹਾਂ, ਗੁਰਮੁਖਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਪਿਆਰ ਪਰਿਪੂਰਨ ਹੋ ਰਿਹਾ ਹੈ। ਯਾਦ ਰੱਖੋ, ਜਿੰਨਾ ਗੁਰਮੁਖਾਂ ਦੇ ਮਨ ਦੇ ਵਿੱਚ ਪਿਆਰ ਵਸ ਜਾਂਦਾ ਹੈ, ਬਖਸ਼ੇ ਭਗਤ ਭੰਡਾਰ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਭਗਤੀ ਦੇ ਖਜ਼ਾਨੇ, ਭਗਤੀ ਦੇ ਭੰਡਾਰ ਬਖਸ਼ਿਸ਼ ਕਰ ਦਿੰਦੇ। ਭਗਤੀ ਦੇ ਭੰਡਾਰ ਸਤਿਗੁਰੂ ਦੇ ਕੋਲ ਨੇ। ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ, ਫਿਰ ਲੇਖਾ ਮੂਲ ਨਾ ਲਿਆ। ਨਵ ਦਾ ਭਗਤੀ ਦਾ ਸਰੂਪ ਵਿਦਵਾਨਾਂ ਨੇ ਲਿਖਿਆ ਹੈ, ਸਰਵਣ ਸਿਮਰਨ ਔ ਕੀਰਤਨ ਪਾਦ ਸੇਵ ਅਰਚਾਨ, ਦਾਸਾ ਸਖਪਨ ਬੰਦਨਾ ਸਰਬਨ ਵੇਦਨ ਜਾਣ। ਤੇ ਪ੍ਰੇਮਾ ਭਗਤੀ ਸਭ ਤੋਂ ਮਹਾਨ ਹੈ। ਮਨ ਰੇ ਕਿਉਂ ਛੂਟਾ ਬਿਨ ਪਿਆਰ। ਇਸ ਲਈ ਅਸਲੀ ਭਗਤੀ ਹੈ ਪ੍ਰੇਮ ਕਰਨਾ। ਇਸੇ ਲਈ ਹਜ਼ੂਰ ਕਹਿੰਦੇ, ਬਈ ਪ੍ਰੇਮ ਕਿਹੋ ਜਿਹਾ ਕਰਨਾ ਚਾਹੀਦਾ ਹੈ। ਅਨੇਕਾਂ ਉਦਾਹਰਣਾਂ ਦੇ ਕੇ ਮਨ ਨੂੰ ਸਮਝਾਉਂਦੇ ਹਨ। ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ, ਜੈਸੀ ਜਲ ਕਮਲੇਹ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਐ ਮਨ, ਤੂੰ ਐਸੀ ਇਹੋ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੀਤੀ ਕਰ, ਇਹੋ ਜੀ ਮੁਹੱਬਤ ਕਰ, ਜੈਸੀ ਜਲ ਕਮਲੇਹ, ਜਿਵੇਂ ਜਲ ਦੀ ਕਮਲ ਦੇ ਫੁੱਲ ਦੇ ਨਾਲ ਹੁੰਦੀ ਹੈ, ਇੰਨੀ ਪ੍ਰੀਤੀ ਕਰ। ਤੇ ਜਾਂ ਦੂਸਰੇ ਪਾਸੇ ਜੈਸੀ ਜਲ ਕਮਲੇਹ, ਵੀ ਜਿਹੋ ਜੀ ਕਮਲ ਦੇ ਫੁੱਲ ਦੀ ਪਾਣੀ ਨਾਲ ਪ੍ਰੀਤੀ ਹੁੰਦੀ ਹੈ। ਇਹ ਵਧੇਰੇ ਸਿਧਾਂਤਕ ਅਰਥ ਬਣੇਗਾ, ਕਿਉਂਕਿ ਜਲ ਦੀ ਪ੍ਰੀਤੀ ਕਮਲ ਦੇ ਨਾਲ ਘੱਟ ਹੈ ਤੇ ਕਮਲ ਦੀ ਪ੍ਰੀਤੀ ਜਲ ਦੇ ਨਾਲ ਵਧੇਰੇ ਹੈ। ਇਸ ਲਈ ਸਤਿਗੁਰੂ ਕਹਿੰਦੇ ਨੇ ਕਿ ਐ ਮਨਾ, ਤੂੰ ਇਹੋ ਜੀ ਵਾਹਿਗੁਰੂ ਨਾਲ ਪ੍ਰੀਤੀ ਕਰ, ਜੈਸੀ ਜਲ ਕਮਲੇਹ, ਜਿਵੇਂ ਕਮਲ ਦੇ ਫੁੱਲ ਦੀ ਪਾਣੀ ਨਾਲ ਪ੍ਰੀਤ ਹੁੰਦੀ ਹੈ। ਲਹਿਰੀ ਨਾਲ ਪਛਾੜੀ ਹੈ, ਪੀ ਵਿਗਸੈ ਅਸਨੇਹ। ਵੇਖ ਲਓ, ਜਦੋਂ ਤੇਜ
ਹਵਾਵਾਂ ਆਉਂਦੀਆਂ ਨੇ ਤੇ ਸਰੋਵਰ ਦੇ ਪਾਣੀ ਵਿੱਚੋਂ ਲਹਿਰਾਂ ਉੱਠਦੀਆਂ ਔਰ ਉਹ ਲਹਿਰਾਂ ਕਮਲ ਦੇ ਫੁੱਲ ਨੂੰ ਥਪੇੜੇ ਮਾਰਦੀਆਂ। ਲਹਿਰੀ ਨਾਲ ਪਛਾੜੀਏ, ਉਸ ਪਾਣੀ ਦੀਆਂ ਲਹਿਰਾਂ ਦੇ ਨਾਲ ਕਮਲ ਦੇ ਫੁੱਲ ਨੂੰ ਪਛਾੜਿਆ ਵੀ ਜਾਂਦਾ, ਉਹ ਉਸ ਨੂੰ ਪਟਕਾ ਪਟਕਾ ਕੇ ਪਾਣੀ ਤੇ ਸੁੱਟਦੀਆਂ ਨੇ। ਪੀ ਵਿਕਸੈ ਅਸਨੇਹ, ਪਰ ਫਿਰ ਵੀ ਉਸ ਦਾ ਪਾਣੀ ਨਾਲ ਅਸਨੇਹ, ਪਾਣੀ ਨਾਲ ਪ੍ਰੇਮ ਹੁੰਦਾ ਹੈ। ਇਸੇ ਲਈ ਫਿਰ ਵੀ ਉਹ ਖਿੜਦਾ ਹੀ ਖਿੜਦਾ ਹੈ, ਚਾਹੇ ਪਾਣੀ ਲਹਿਰਾਂ ਦੇ ਨਾਲ ਉਸ ਨੂੰ ਪਟਕਾ ਪਟਕਾ ਕੇ ਮਾਰਦਾ ਹੈ। ਜਦੋਂ ਤੇਜ਼ ਹਵਾ ਚੱਲਦੀਆਂ ਨੇ ਤੇ ਉਸ ਵੇਲੇ ਸਰੋਵਰ ਦੇ ਪਾਣੀ ਦੀਆਂ ਲਹਿਰਾਂ ਕਮਲ ਦੇ ਫੁੱਲ ਨੂੰ ਥਪੇੜੇ ਮਾਰਦੀਆਂ, ਪਰ ਫਿਰ ਵੀ ਉਹ ਖਿੜਦਾ ਹੈ, ਕਿਉਂਕਿ ਉਸ ਦਾ ਪਾਣੀ ਨਾਲ ਅਸਨੇਹ ਪ੍ਰੇਮ ਹੁੰਦਾ ਹੈ। ਜਿਹੜਾ ਅਸਲੀ ਜਿਹੜਾ ਸ਼ਬਦ ਹੈ ਨਾ, ਉਹ ਨੇਹ, ਨੇਹ ਦਾ ਅਰਥ ਵੀ ਪ੍ਰੇਮ ਹੈ। ਤੇ ਫਿਰ ਪੁਰਾਤਨ ਪੰਜਾਬੀ ਦੇ ਵਿੱਚ ਉਸ ਦਾ ਰੂਪ ਬਣ ਗਿਆ ਸਨੇਹ, ਤੇ ਹੁਣ ਦੀ ਪੰਜਾਬੀ ਬੋਲੀ ਦੇ ਵਿੱਚ ਅਸਨੇਹ ਨਾਲ ਐੜਾ ਲੱਗਿਆ। ਇਉਂ ਅਸਲੀ ਤਾਂ ਨੇਹ ਸ਼ਬਦ ਹੀ ਆ ਪ੍ਰੇਮ ਦਾ ਵਾਚਕ, ਪਰ ਕਾਵ ਰਚਨਾ ਦਾ ਤੋਲ ਪੂਰਾ ਕਰਨ ਦੇ ਵਾਸਤੇ ਪਹਿਲਾਂ ਸਨੇਹ ਤੇ ਫਿਰ ਸਨੇਹ ਤੋਂ ਅਸਨੇਹ ਸ਼ਬਦ ਗੁਰੂ ਮਹਾਰਾਜ ਨੇ ਵਰਤਿਆ ਹੈ। ਇਹਦਾ ਮਤਲਬ ਇਹ ਹੈ ਵੀ ਉਸ ਦਾ ਪਾਣੀ ਨਾਲ ਪ੍ਰੇਮ ਹੋਣ ਕਰਕੇ ਫਿਰ ਵੀ ਉਹ ਖਿੜਦਾ ਹੀ ਖਿੜਦਾ ਹੈ। ਜਲ ਮਹਿ ਜੀ ਉਪਾਇ ਕੈ, ਬਿਨ ਜਲ ਮਰਨ ਤਿਨੇਹ। ਇਹਦਾ ਕਾਰਨ ਕੀ ਹੈ? ਹਜ਼ੂਰ ਕਹਿੰਦੇ ਇਹਦਾ ਕਾਰਨ ਇਹ ਹੈ, ਜਲ ਮੈਂ ਜੀ ਉਪਾਇਕ ਹੈ। ਉਸ ਵਾਹਿਗੁਰੂ ਨੇ ਕਮਲ ਦੇ ਫੁੱਲ ਦਾ ਜੀਵਨ ਪਾਣੀ ਤੋਂ ਪੈਦਾ ਕੀਤਾ ਹੈ ਤੇ ਪਾਣੀ ਦੇ ਆਸਰੇ ਹੀ ਕਮਲ ਦਾ ਫੁੱਲ ਜੀ ਸਕਦਾ ਹੈ। ਬਿਨ ਜਲ ਮਰਨ ਤਨੇਹ, ਤੇ ਬਿਨਾਂ ਪਾਈ ਪਾਣੀ ਤੋਂ ਕਮਲ ਦਾ ਫੁੱਲ ਮਰ ਜਾਂਦਾ ਹੈ। ਜਦੋਂ ਸਰੋਵਰ ਦਾ ਪਾਣੀ ਸੁੱਕ ਜਾਵੇ ਤੇ ਨਾਲ ਹੀ ਕਮਲ ਦਾ ਫੁੱਲ ਵੀ ਨਾਲ ਹੀ ਸੁੱਕ ਜਾਂਦਾ, ਨਾਲ ਹੀ ਮਰ ਜਾਂਦਾ। ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਰੇਮਨ ਐਸੀ ਹਰਸ਼ੋਂ ਪ੍ਰੀਤ ਕਰ ਜੈਸੀ ਜਲ ਕਮਲੇ ਹੈ। ਪਰਮੇਸ਼ਰ ਦਾ ਨਾਮ ਅੰਮ੍ਰਿਤ ਜਲ ਹੈ ਤੇ ਸਾਡਾ ਜਿਹੜਾ ਹਿਰਦਾ ਹੈ ਉਹ ਕਮਲ ਦੇ ਫੁੱਲ ਵਰਗਾ ਹੈ। ਹਜ਼ੂਰ ਕਹਿੰਦੇ ਨੇ ਸਾਡੇ ਹਿਰਦੇ ਦੀ, ਸਾਡੇ ਦਿਲ ਦੀ ਪ੍ਰੀਤ ਵਾਹਿਗੁਰੂ ਦੇ ਨਾਮ ਦੇ ਨਾਲ ਹੋਣੀ ਚਾਹੀਦੀ ਹੈ। ਤੇ ਭਾਵੇਂ ਵਾਹਿਗੁਰੂ ਪਰਮੇਸ਼ਰ ਦੇ ਭਾਣੇ ਦੇ ਵਿੱਚ ਕਈ ਵਾਰੀ ਮੁਸੀਬਤਾਂ ਵੀ ਆਉਂਦੀਆਂ ਨੇ, ਦੁੱਖ ਵੀ ਆਉਂਦੇ ਨੇ, ਲਹਿਰੀ ਨਾਲ ਪਛਾੜੀਏ, ਲਹਿਰਾਂ ਦੇ ਨਾਲ ਇਸ ਨੂੰ ਪਛਾੜਿਆ ਵੀ ਜਾਵੇ, ਪਰ ਫਿਰ ਵੀ ਸਾਡੇ ਅੰਦਰ ਸੱਚਾ ਪ੍ਰੇਮ ਹੋਵੇਗਾ ਤੇ ਸਾਡਾ ਹਿਰਦਾ ਖਿੜਿਆ ਰਹੇਗਾ। ਮੁਸੀਬਤਾਂ ਵਿੱਚ ਵੀ ਵਾਹਿਗੁਰੂ ਦੇ ਪਿਆਰੇ ਪ੍ਰਸੰਨ ਰਹਿੰਦੇ ਨੇ। ਕਿਉਂ? ਜਲ ਮੈਂ ਜੀਉ ਪਾਇਕ ਹੈ। ਉਸ ਨਾਮ ਦੇ ਜਲ ਵਿੱਚ ਹੀ ਉਹਨਾਂ ਮਹਾਂਪੁਰਖਾਂ ਦਾ ਅਸਲੀ ਜੀਵਨ ਪੈਦਾ ਕੀਤਾ ਹੋਇਆ ਹੈ। ਉਹ ਨਾਮ ਤੋਂ ਬਿਨਾਂ ਰਹਿ ਨਹੀਂ ਸਕਦੇ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਮ ਬਿਨ ਜਲ ਮਰਨ ਤਨੇਹ। ਵਾਹਿਗੁਰੂ ਦੇ ਨਾਮ ਜਲ ਤੋਂ ਬਿਨਾਂ ਉਹਨਾਂ ਦੀ ਮੌਤ ਹੈ। ਜਿਵੇਂ ਕਮਲ ਦਾ ਫੁੱਲ ਪਾਣੀ ਤੋਂ ਬਿਨਾਂ ਉਹ ਸੁੱਕ ਸੜ ਜਾਂਦਾ ਹੈ, ਇਸੇ ਤਰ੍ਹਾਂ ਨਾਮ ਤੋਂ ਬਿਨਾਂ ਗੁਰਮੁਖਾਂ ਦਾ ਵੀ ਹਿਰਦਾ ਉਹ ਵੀ ਹਮੇਸ਼ਾ ਲਈ ਖਤਮ ਹੋ ਜਾਂਦਾ ਹੈ, ਹਮੇਸ਼ਾ ਲਈ ਮਰ ਜਾਂਦਾ ਹੈ। ਮਨ ਰੇ ਕਿਉਂ ਛੂਟਹਿ ਬਿਨ ਪਿਆਰ, ਗੁਰਮੁਖ ਅੰਤਰ ਰਵ ਰਹਾ, ਬਖਸ਼ੇ ਭਗਤ ਭੰਡਾਰ ਰਹਾਉ। ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਮਛਲੀ ਨੀਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਹਾਉ ਦੀਆਂ ਪੰਕਤੀਆਂ ਵਿੱਚ ਮਨ ਨੂੰ ਸਿੱਖਿਆ ਦਿੰਦੇ ਹਨ ਕਿ ਐ ਮਨਾ ਕਿਉਂ ਛੂਟੈ ਬਿਨ ਪਿਆਰ, ਤੂੰ ਵੀ ਵਾਹਿਗੁਰੂ ਦੇ ਪਿਆਰ ਤੋਂ ਬਿਨਾਂ ਕਿਵੇਂ ਛੁੱਟ ਸਕਦਾ ਹੈ। ਵਾਹਿਗੁਰੂ ਨਾਲ ਪਿਆਰ ਕਰੇਗਾ ਤਾਂ ਹੀ ਛੁਟਕਾਰਾ ਹੋਵੇਗਾ। ਗੁਰਮੁਖ ਅੰਤਰ ਰਵ ਰਿਹਾ, ਗੁਰਮੁਖਾਂ ਦੇ ਅੰਦਰ ਵਾਹਿਗੁਰੂ ਦਾ ਪ੍ਰੇਮ ਵਸ ਰਿਹਾ ਹੈ ਤੇ ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ, ਬਖਸ਼ੇ ਭਗਤ ਭੰਡਾਰ, ਉਹਨਾਂ ਨੂੰ ਵਾਹਿਗੁਰੂ ਹੋਰ ਭਗਤੀ ਦੇ ਭੰਡਾਰ ਬਖਸ਼ਿਸ਼ ਕਰ ਦਿੰਦਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫੇਰ ਹੋਰ ਉਦਾਹਰਣ ਦੇ ਕੇ ਵਾਹਿਗੁਰੂ ਦੇ ਨਾਲ ਪ੍ਰੇਮ ਕਰਨ ਦੀ ਸਿੱਖਿਆ ਤੇ ਪ੍ਰੇਰਣਾ ਦੇ ਰਹੇ ਹਨ। ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ, ਐ ਮਨਾ ਤੂੰ ਉਸ ਅਕਾਲ ਪੁਰਖ ਦੇ ਨਾਲ ਇਹੋ ਜੀ ਪ੍ਰੀਤੀ ਕਰ ਜੈਸੀ ਮਛਲੀ ਨੀਰ, ਜਿਹੋ ਜੀ ਮੱਛੀ ਦੀ ਪਾਣੀ ਦੇ ਨਾਲ ਪ੍ਰੀਤ ਹੁੰਦੀ ਹੈ। ਜਿਉਂ ਮਛਲੀ ਬਿਨ ਪਾਣੀਆਂ ਕਿਉਂ ਜੀਵਨ ਪਾਵੇ, ਮੱਛੀ ਪਾਣੀ ਤੋਂ ਬਿਨਾਂ ਇੱਕ ਮਿੰਟ ਵੀ ਨਹੀਂ ਰਹਿ ਸਕਦੀ। ਇਹੋ ਜੀ ਪ੍ਰੀਤੀ ਤੈਨੂੰ ਵੀ ਵਾਹਿਗੁਰੂ ਦੇ ਨਾਮ ਦੇ ਨਾਲ ਕਰਨੀ ਚਾਹੀਦੀ ਹੈ। ਜਿਉਂ ਅਧਿਕ ਤਿਉਂ ਸੁਖ ਕਹਣ,
ਮਨ ਤਨ ਸਾਤ ਸਰੀਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਵੇਂ ਜਿਵੇਂ ਪਾਣੀ ਵੱਧਦਾ ਹੈ ਤਿਉਂ ਸੁੱਖ ਨੂੰ ਉਵੇਂ ਮੱਛੀ ਨੂੰ ਵਧੇਰੇ ਸੁੱਖ ਵੀ ਪ੍ਰਾਪਤ ਹੁੰਦਾ ਹੈ। ਮਨ ਤਨ ਸ਼ਾਂਤ ਸਰੀਰ, ਜਿਵੇਂ ਜਿਵੇਂ ਪਾਣੀ ਵਿੱਚ ਵਾਧਾ ਹੁੰਦਾ ਹੈ ਮੱਛੀ ਦੇ ਮਨ ਨੂੰ ਵੀ, ਤਨ ਨੂੰ ਵੀ, ਸਰੀਰ ਨੂੰ ਵੀ ਸ਼ਾਂਤੀ ਪ੍ਰਾਪਤ ਹੁੰਦੀ ਹੈ। ਇਸੇ ਲਈ ਸਾਡਾ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਇੰਨਾ ਹੀ ਪ੍ਰੇਮ ਹੋਣਾ ਚਾਹੀਦਾ ਹੈ। ਬਿਨ ਜਲ ਘੜੀ ਨ ਜੀਵਈ, ਪ੍ਰਭ ਜਾਣੇ ਅਭ ਪੀਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਜਿਹੜੀ ਮੱਛੀ ਹੈ ਉਹ ਪਾਣੀ ਤੋਂ ਬਿਨ ਜਲ ਘੜੀ ਨਾ ਜੀਵੀ, ਇਹ ਘੜੀ ਮਾਤਰ ਵੀ ਜਿਉ ਨਹੀਂ ਸਕਦੀ। ਜਿਹੜੀ ਘੜੀ ਹੈ ਤਕਰੀਬਨ 23-24 ਮਿੰਟ ਦੀ ਬਣਦੀ ਹੈ, ਤੇ ਜਿਹੜੀ ਮੱਛੀ ਹੈ ਪਾਣੀ ਤੋਂ ਬਿਨਾਂ ਘੜੀ ਵੀ ਨਹੀਂ ਜੀ ਸਕਦੀ। ਪ੍ਰਭ ਜਾਣੈ ਅਵ ਪੀਰ, ਜਿਹੜੇ ਉਹਦੇ ਦਿਲ ਦੀ ਪੀੜਾ ਹੈ ਨਾ ਉਹਨੂੰ ਵਾਹਿਗੁਰੂ ਜਾਣਦਾ, ਹੋਰ ਕੋਈ ਨਹੀਂ ਜਾਣ ਸਕਦਾ। ਕੌਣ ਜਾਣੈ ਪੀਰ ਪਰਾਈ, ਪਰਾਈ ਪੀੜਾ ਨੂੰ ਸਿਵਾਏ ਵਾਹਿਗੁਰੂ ਤੋਂ ਹੋਰ ਕੋਈ ਨਹੀਂ ਜਾਣਦਾ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਜੀਵ ਦੀ ਸੁਰਤ ਹੈ ਉਹ ਮੱਛੀ ਵਾਂਗ ਹੈ, ਵਾਹਿਗੁਰੂ ਦਾ ਨਾਮ ਅੰਮ੍ਰਿਤ ਜਲ ਹੈ। ਸਾਨੂੰ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਇੰਨੀ ਪ੍ਰੀਤ ਕਰਨੀ ਚਾਹੀਦੀ ਹੈ ਜਿੰਨੀ ਮੱਛੀ ਦੀ ਪਾਣੀ ਨਾਲ ਹੁੰਦੀ ਹੈ। ਜਿਵੇਂ ਜਿਵੇਂ ਨਾਮ ਦਾ ਅਭਿਆਸ ਵੱਧਦਾ ਹੈ ਉਸੇ ਤਰ੍ਹਾਂ ਹੀ ਸੁਰਤ ਨੂੰ ਸੁੱਖ ਪ੍ਰਾਪਤ ਹੁੰਦਾ ਹੈ, ਤੇ ਨਾਲ ਹੀ ਜੀਵ ਦੇ ਮਨ ਤੇ ਤਨ ਤੇ ਸਰੀਰ ਦੇ ਅੰਦਰ, ਤਿੰਨ ਸਰੀਰ ਨੇ, ਕਾਰਨ ਸੂਖਮ ਅਸੂਲ, ਇਹਨਾਂ ਸਾਰਿਆਂ ਵਿੱਚ ਸ਼ਾਂਤੀ ਵਰਤ ਜਾਂਦੀ ਹੈ। ਜਿਵੇਂ ਮੱਛੀ ਘੜੀ ਪਰ ਵੀ ਪਾਣੀ ਤੋਂ ਬਿਨਾਂ ਨਹੀਂ ਜਿਉ ਸਕਦੀ, ਇਸੇ ਤਰ੍ਹਾਂ ਗੁਰਮੁਖ ਦੀ ਰੂਹ, ਗੁਰਮੁਖ ਦੀ ਆਤਮਾ ਵੀ ਨਾਮ ਤੋਂ ਬਿਨਾਂ ਨਹੀਂ ਜੀ ਸਕਦੀ। ਵਾਹਿਗੁਰੂ ਦੇ ਨਾਮ ਦਾ ਇੰਨਾ ਵਿਛੋੜਾ, ਇੰਨਾ ਵੱਡਾ ਦੁੱਖ ਹੋ ਜਾਣਦਾ ਹੈ, ਤੇ ਉਸ ਦੀ ਪੀੜਾ ਨੂੰ, ਦਿਲ ਦੀ ਪੀੜਾ ਨੂੰ ਵਾਹਿਗੁਰੂ ਹੀ ਜਾਣ ਸਕਦਾ ਹੈ। ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਚਾਤ੍ਰਿਕ ਮੇਹ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨਾ ਤੂੰ ਐਸੀ ਵਾਹਿਗੁਰੂ ਦੇ ਨਾਲ ਪ੍ਰੀਤੀ ਕਰ, ਜੈਸੀ ਚਾਤ੍ਰਿਕ ਮੇਹ। ਜਿਵੇਂ ਚਾਤ੍ਰਿਕ ਦਾ ਅਰਥ ਹੈ ਪਪੀਹਾ। ਪਪੀਹਾ ਇੱਕ ਪੰਛੀ ਹੈ, ਔਰ ਉਹਦੀ ਬੱਦਲ ਦੇ ਨਾਲ, ਮੀਂਹ ਦੇ ਨਾਲ ਪ੍ਰੀਤੀ ਹੁੰਦੀ ਹੈ, ਕਿਉਂਕਿ ਜਿਹੜੀ ਬੱਦਲ ਦੇ ਵਿੱਚੋਂ ਇੱਕ ਨਛੱਤਰ ਦੀ ਵਰੀ ਹੋਈ ਸਵੰਤੀ ਬੂੰਦ ਜਦੋਂ ਉਸਦੇ ਮੁਖ ਵਿੱਚ ਪੈਂਦੀ ਹੈ, ਫਿਰ ਉਹਦੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਹੈ। ਹਜ਼ੂਰ ਕਹਿੰਦੇ, ਜਿਵੇਂ ਚਾਤ੍ਰਿਕ ਦੀ ਮੀਂਹ ਦੇ ਨਾਲ ਪ੍ਰੀਤੀ ਹੁੰਦੀ ਹੈ, ਤੇ ਇੰਨੀ ਹੀ ਪ੍ਰੀਤੀ ਤੈਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਕਰਨੀ ਚਾਹੀਦੀ ਹੈ। ਸਾਰ ਭਰ ਥਲ ਹਰੀ ਆਵਲੇ, ਇੱਕ ਬੂੰਦ ਨ ਪਵਈ ਕੇਹ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਵੇਂ ਅਨੇਕਾਂ ਸਰ ਸਰੋਵਰ ਵੀ ਭਰੇ ਹੋਏ ਨੇ, ਤੇ ਥਲ ਜਿਹੜੇ ਹੋਰ ਧਰਤੀ ਦੇ ਨੀਵੇਂ ਥਾਂ ਨੇ ਉਹ ਵੀ ਪਾਣੀ ਦੇ ਨਾਲ ਹਰੀਆਵਲੇ ਹਰੇ ਭਰੇ ਹੋ ਜਾਂਦੇ ਨੇ, ਇੱਕ ਬੂੰਦ ਨਾ ਪਵੇ ਕੇਹ। ਪਰ ਜੇ ਚਾਤ੍ਰਿਕ ਦੇ ਮੂੰਹ ਦੇ ਵਿੱਚ ਇੱਕ ਸਵੰਤੀ ਬੂੰਦ ਨਾ ਪਵੇ ਤੇ ਕੇਹ, ਉਹਨੂੰ ਸੁੱਖ ਕਿਵੇਂ ਮਿਲ ਸਕਦਾ? ਨਹੀਂ ਮਿਲ ਸਕਦਾ। ਇਸੇ ਤਰ੍ਹਾਂ ਜਿਨ੍ਹਾਂ ਦੀ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤੀ ਹੁੰਦੀ ਹੈ, ਭਾਵੇਂ ਹੋਰ ਉਹਨਾਂ ਨੂੰ ਕਿੰਨੇ ਵੀ ਸੰਸਾਰ ਦੇ ਸੁੱਖ ਤੇ ਹੋਰ ਦੁਨੀਆ ਦੇ ਸਵਜ ਬਾਗਾਂ ਦਾ ਕੋਈ ਲਾਲਚ ਦੇਵੇ, ਪਰ ਉਹਨਾਂ ਦਾ ਮਨ ਉਸ ਪਾਸੇ ਕਦੀ ਵੀ ਨਹੀਂ ਰੀਝਦਾ। ਹਾਂ, ਜਦੋਂ ਨਾਮ ਦੀ ਸਵੰਤੀ ਬੂੰਦ ਉਹਨਾਂ ਦੇ ਮੂੰਹ ਦੇ ਵਿੱਚ ਪਵੇ ਤੇ ਫੇਰ ਹੀ ਉਹਨਾਂ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਕਰਮ ਮਿਲੈ ਸੋ ਪਾਈਐ, ਕਿਰਤ ਪਿਆ ਸਿਰ ਦੇਹ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਵਾਹਿਗੁਰੂ ਦੀ ਕਿਰਪਾ ਮਿਲੇ ਤਾਂ ਚਾਤ੍ਰਿਕ ਨੂੰ ਸ਼ਾਂਤੀ ਬੂੰਦ ਪਾਈਏ ਪ੍ਰਾਪਤ ਹੋ ਸਕਦੀ ਹੈ। ਕਿਰਤ ਪਿਆ ਸਿਰ ਦੇਹ, ਨਹੀਂ ਤਾਂ ਜਿਹੋ ਜਿਹਾ ਕਿਰਤ ਲੇਖ ਉਸਦੇ ਸਿਰ ਉੱਤੇ ਪਿਆ ਹੋਇਆ ਨਾ, ਤੇ ਉਹੀ ਉਹਨੂੰ ਫਲ ਦਿੰਦਾ ਹੈ। ਜੇ ਤੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਹੋ ਜਾਵੇ ਤੇ ਉਸ ਨੂੰ ਸ਼ਾਂਤੀ ਬੂੰਦ ਮਿਲ ਜਾਵੇ, ਫਿਰ ਤੇ ਉਹ ਪਪੀਹਾ ਪ੍ਰਸੰਨ ਹੁੰਦਾ ਹੈ, ਗਦਗਦ ਹੋ ਜਾਂਦਾ ਹੈ, ਸੰਤੁਸ਼ਟ ਹੋ ਜਾਂਦਾ ਹੈ, ਸਾਰੇ ਦੁੱਖ ਵਿਸਰ ਜਾਂਦੇ ਨੇ। ਤੇ ਜੇ ਸ਼ਾਂਤੀ ਬੂੰਦ ਨਹੀਂ ਮੂੰਹ ਦੇ ਵਿੱਚ ਪੈਂਦੀ ਤੇ ਕਿਰਤ ਪਿਆ ਸਿਰ ਦੇਹ, ਉਹ ਆਪਣਾ ਸਿਰ ਵੀ ਦੇ ਦਿੰਦਾ, ਜਾਨ ਵੀ ਦੇ ਦਿੰਦਾ। ਇਸ ਲਈ ਜਿਹੋ ਜਿਹਾ ਕਰਮ ਲੇਖ ਵਾਹਿਗੁਰੂ ਨੇ ਲਿਖਿਆ ਹੈ ਵੀ ਉਹਦਾ ਫਲ ਉਸ ਨੂੰ ਅਵਸ਼ ਪ੍ਰਾਪਤ ਹੁੰਦਾ, ਉਹ ਝੱਲਣਾ ਹੀ ਪੈਂਦਾ ਹੈ। ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਗੇ ਫੇਰ ਹੋਰ ਉਦਾਹਰਣ ਦਿੰਦੇ ਹਨ। ਐ ਮਨਾ ਐਸੀ ਵਾਹਿਗੁਰੂ ਦੇ ਨਾਲ ਤੂੰ ਪ੍ਰੀਤੀ ਕਰ ਜਿਵੇਂ ਪਾਣੀ ਦੀ ਦੁੱਧ ਦੇ ਨਾਲ ਪ੍ਰੀਤੀ ਹੁੰਦੀ ਹੈ। ਆਵਟਣ ਆਪੇ ਖਾਵੇ,
ਦੁੱਧ ਕੋ ਖਪਣ ਨ ਦੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਦੁੱਧ ਨੂੰ ਅੱਗ ਤੇ ਰੱਖ ਕੇ ਉਬਾਲਿਆ ਜਾਂਦਾ ਹੈ, ਆ ਵਟਣ ਦਾ ਅਰਥ ਹੈ ਉਬਾਲਾ, ਆ ਵਟਣ ਆਪੇ ਖਵੈ। ਜਦੋਂ ਦੁੱਧ ਉਬਲਦਾ ਹੈ ਤੇ ਉਸ ਵੇਲੇ ਉਸ ਅੱਗ ਦੇ ਸੇਕ ਨੂੰ ਪਾਣੀ ਆਪਣੇ ਤੇ ਖਵੈ ਸਹਾਰਦਾ ਹੈ। ਦੁੱਧ ਕੋ ਖਪਣ ਨਾ ਦੇ, ਉਹ ਦੁੱਧ ਨੂੰ ਨਹੀਂ ਨਾਸ ਹੋਣ ਦਿੰਦਾ। ਜਦੋਂ ਦੁੱਧ ਦੇ ਵਿੱਚ ਉਬਾਲ ਆਉਂਦਾ ਹੈ, ਜਿਹੜਾ ਦੁੱਧ ਵਿੱਚਲਾ ਪਾਣੀ ਹੁੰਦਾ ਉਹੀ ਸੜਦਾ, ਤੇ ਜਿਹੜਾ ਅਸਲੀ ਦੁੱਧ ਹੈ ਨਾ, ਉਹਨੂੰ ਕੋਈ ਆਂਚ ਨਹੀਂ ਆਉਂਦੀ। ਸਤਿਗੁਰੂ ਕਹਿੰਦੇ ਨੇ, ਇਹੋ ਜਿਹੀ ਪ੍ਰੀਤ ਕਰ ਜਿਵੇਂ ਪਾਣੀ ਦੀ ਦੁੱਧ ਨਾਲ ਹੁੰਦੀ ਹੈ। ਭਾਵੇਂ ਉਸ ਨੂੰ ਅੱਗ ਤੇ ਰੱਖ ਕੇ ਉਬਾਲਿਆ ਵੀ ਜਾਂਦਾ ਹੈ ਤੇ ਪਰ ਪਾਣੀ ਆਪ ਸੜਦਾ ਹੈ, ਤੇ ਪਰ ਦੁੱਧ ਨੂੰ ਨਹੀਂ ਉਹ ਨਾਸ ਹੋਣ ਦਿੰਦਾ। ਇਹੋ ਜਿਹੀ ਵਾਹਿਗੁਰੂ ਦੇ ਨਾਲ ਪ੍ਰੀਤੀ ਹੋਣੀ ਚਾਹੀਦੀ ਹੈ। ਆਪੇ ਮੇਲ ਵਿਛੁੰਨਿਆ ਸੱਚ ਵਡਿਆਈ ਦੇ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਲੋ, ਆਪੇ ਮੇਲ ਵਿਛੁੰਨਿਆ, ਉਹ ਵਾਹਿਗੁਰੂ ਆਪ ਹੀ ਭਾਈ ਵਿਛੜਿਆਂ ਨੂੰ ਮੇਲਦਾ ਹੈ। ਭਾਵ ਜਦੋਂ ਦੁੱਧ ਉਬਲਦਾ ਹੈ ਨਾ, ਬਾਹਰ ਨੂੰ ਆਉਂਦਾ, ਤੇ ਉਸ ਵੇਲੇ ਫੇਰ ਜਿਹੜੇ ਸਿਆਣੇ ਗੁਰਸਿੱਖ ਮਾਈ ਭਾਈ ਹੁੰਦੇ ਨੇ, ਉਹ ਫੇਰ ਉਤੋਂ ਪਾਣੀ ਦਾ ਛੱਟਾ ਮਾਰਦੇ ਨੇ। ਜਦੋਂ ਉਬਲਦੇ ਦੁੱਧ ਉੱਤੇ ਪਾਣੀ ਦਾ ਛੱਟਾ ਮਾਰ ਦੇਈਏ ਨਾ, ਆਪੇ ਮੇਲ ਵਿਛੁੰਨਿਆ, ਉਹ ਵਿਛੜਿਆਂ ਨੂੰ ਮੇਲਣ ਵਾਲੀ ਗੱਲ ਹੁੰਦੀ ਹੈ। ਜਦੋਂ ਪਾਣੀ ਦਾ ਛੱਟਾ ਵੱਜਦਾ ਹੈ ਤੇ ਫਿਰ ਉਹ ਦੁੱਧ ਹੇਠਾਂ ਚਲਿਆ ਜਾਂਦਾ ਹੈ ਤੇ ਸੱਚ ਵਡਿਆਈ ਦੇ। ਪਰ ਫਿਰ ਵੇਖ ਲਓ, ਜਦੋਂ ਪਾਣੀ ਦੁੱਧ ਦੇ ਵਿੱਚ ਮਿਲ ਜਾਂਦਾ ਹੈ, ਮਿਕਸ ਹੋ ਜਾਂਦਾ ਹੈ ਤੇ ਸੱਚ ਵਡਿਆਈ ਦੇ, ਤੇ ਫਿਰ ਦੁੱਧ ਉਸ ਨੂੰ ਸੱਚੀ ਵਡਿਆਈ ਦੇ ਦਿੰਦਾ ਹੈ। ਇਹਦਾ ਮਤਲਬ ਜਿਹੜੇ ਪਾ ਦੁੱਧ ਵਿਕਦਾ, ਉਸੇ ਪਾ ਪਾਣੀ ਵੀ ਨਾਲ ਵਿਕ ਜਾਂਦਾ। ਇਸ ਲਈ ਇਹੋ ਜਿਹੀ ਪ੍ਰੀਤੀ ਸਾਨੂੰ ਵਾਹਿਗੁਰੂ ਦੇ ਨਾਲ ਕਰਨੀ ਚਾਹੀਦੀ ਹੈ ਵੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਦੁੱਧ ਵਾਂਗ ਹੈ, ਤੇ ਜਿਹੜਾ ਸਾਡਾ ਪਿਆਰ ਹੈ ਉਹ ਪਾਣੀ ਵਰਗਾ ਹੋਣਾ ਚਾਹੀਦਾ ਹੈ। ਜਿਵੇਂ ਦੁੱਧ ਤੇ ਪਾਣੀ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਮਿਲੇ ਹੁੰਦੇ ਨੇ, ਨਾਮ ਦੇ ਨਾਲ ਇੰਨਾ ਪਿਆਰ ਹੋ ਜਾਵੇ ਕਿ ਉਹ ਖਿਚੜੀ ਬਣ ਜਾਈਏ ਤੇ ਸਾਨੂੰ ਪਤਾ ਹੀ ਨਾ ਲੱਗੇ ਵੀ ਸਾਡਾ ਨਾਮ ਦੇ ਨਾਲ ਕਿੰਨਾ ਪ੍ਰੇਮ ਹੋ ਗਿਆ। ਜੇ ਕੋਈ ਸਾਡੇ ਸਰੀਰ ਤੇ ਕੋਈ ਕਸ਼ਟ ਦਾ ਸਮਾਂ ਆਵੇ, ਜਿਵੇਂ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਗਿਆ, ਆ ਵਟਣ ਆਪੇ ਖਵੈ, ਉੱਥੇ ਭਾਈ ਉਬਾਲੇ ਨੂੰ ਆਪ ਹੀ ਇਹ ਸਾਡਾ ਮਨ ਸਹਾਰਨਾ ਕਰੇ ਤੇ ਦੁੱਧ ਕੋ ਖਪਣ ਨਾ। ਜਿਹੜਾ ਦੁੱਧ ਹੈ ਵਾਹਿਗੁਰੂ ਦਾ ਨਾਮ ਹੈ, ਇਹਨੂੰ ਨਾ ਨਾਸ ਹੋਣ ਦੇਵੇ। ਭਾਵ ਨਾਮ ਤੇ ਵਾਹਿਗੁਰੂ ਤੇ ਗੁਰੂ ਸ਼ਬਦ ਤੇ ਆਂਚ ਨਾ ਆਉਣ ਦੇਵੇ, ਸਿੱਖੀ ਵੱਲੋਂ ਮੂੰਹ ਨਾ ਮੋੜੇ। ਐਸਾ ਬਾਣੀ ਨਾਮ ਨਾਲ ਪਿਆਰ ਹੋਣਾ ਚਾਹੀਦਾ ਹੈ। ਚਾਹੇ ਸਰੀਰ ਵੀ ਉਬਲ ਜਾਵੇ, ਸਰੀਰ ਵੀ ਉਬਾਲੇ ਖਾਵੇ, ਪਰ ਫਿਰ ਵੀ ਨਾਮ ਤੇ ਗੁਰਬਾਣੀ ਤੋਂ ਬੇਮੁਖ ਨਹੀਂ ਹੋਣਾ। ਆਪੇ ਮੇਲ ਵਿਛੁੰਨਿਆ, ਭਾਈ ਇਉਂ ਵਾਹਿਗੁਰੂ ਆਪਣੀ ਮਿਹਰ ਦਾ ਜਲ ਵਰਸਾ ਕੇ ਵਿਛੜਿਆਂ ਨੂੰ ਆਪਣੇ ਨਾਲ ਮੇਲਦਾ ਤੇ ਸੱਚੀ ਵਡਿਆਈ ਫਿਰ ਉਹਨਾਂ ਨੂੰ ਦੇ ਦਿੰਦਾ। ਭਾਵ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਜਿਨ੍ਹਾਂ ਦਾ ਸਿੱਖੀ ਨਾਲ, ਬਾਣੀ ਨਾਲ, ਨਾਮ ਨਾਲ ਪਿਆਰ ਹੁੰਦਾ ਹੈ, ਤੇ ਫਿਰ ਉਹ ਸੱਚੀ ਵਡਿਆਈ ਦਰਗਾਹ ਦੇ ਵਿੱਚ ਉਹਨਾਂ ਨੂੰ ਮਿਲ ਜਾਂਦੀ ਹੈ। ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ ਚੱਕਵੇ ਸੂਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨਾ ਐਸੀ ਵਾਹਿਗੁਰੂ ਦੇ ਨਾਲ ਪ੍ਰੀਤੀ ਕਰ ਜਿਵੇਂ ਚੱਕਵੀ ਦੀ ਸੂਰਜ ਦੇ ਨਾਲ ਪ੍ਰੀਤੀ ਹੁੰਦੀ ਹੈ। ਇਨ ਪਲ ਨੀਂਦ ਨਾ ਸੋਵਈ, ਜਾਣੇ ਦੂਰ ਹਜੂਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਲਓ, ਜਿਹੜੀ ਚੱਕਵੀ ਹੈ ਨਾ, ਉਹ ਆਪਣੇ ਪਤੀ ਚੱਕਵੇ ਤੋਂ ਬਿਨਾਂ ਖਿੰਨ ਤੇ ਪਲ ਭਰ ਵੀ ਨੀਂਦ ਲੈ ਕੇ ਸੌ ਨਹੀਂ ਸਕਦੀ। ਜਾਣਾ ਦੂਰ ਹਜੂਰ, ਭਾਵੇਂ ਉਸ ਦਾ ਪਤੀ ਚੱਕਵਾ ਦੂਰ ਵੀ ਹੁੰਦਾ ਹੈ, ਪਰ ਉਸ ਨੂੰ ਹਜੂਰ ਦਾ ਅਰਥ ਹੈ ਨੇੜੇ ਸਮਝਦੀ ਹੈ। ਕਿਉਂਕਿ ਚੱਕਵੀ ਤੇ ਚੱਕਵੇ ਨੂੰ ਕਹਿੰਦੇ ਨੇ, ਰਾਮਚੰਦਰ ਜੀ ਨੇ ਸਰਾਪ ਦੇ ਦਿੱਤਾ ਸੀ ਬਈ ਤੁਸੀਂ ਰਾਤ ਨੂੰ ਇਕੱਠੇ ਨਹੀਂ ਰਹਿ ਸਕਦੇ। ਹੁਣ ਚੱਕਵੀ ਤੇ ਚੱਕਵਾ ਹੈ ਤੇ ਪੰਛੀ ਨੇ, ਪਰ ਰਾਤ ਨੂੰ ਇਹਨਾਂ ਦਾ ਵਿਛੋੜਾ ਪੈ ਜਾਂਦਾ ਹੈ। ਕੋਈ ਨਦੀ ਦੇ ਕਿਨਾਰੇ ਤੇ ਜਦੋਂ ਰਹਿੰਦੇ ਨੇ, ਤੇ ਜਦੋਂ ਚੱਕਵਾ ਨਦੀ ਦੇ ਦੂਸਰੇ ਪਾਸੇ ਜਾ ਕੇ ਬੋਲਦਾ ਹੈ, ਚੱਕਵੀ ਉਸ ਪਾਸੇ ਵੱਲ ਨੂੰ ਜਾਂਦੀ, ਚੱਕਵਾ ਉਰਲੇ ਪਾਸੇ ਨੂੰ ਆ ਜਾਂਦਾ। ਹਨੇਰੇ ਵਿੱਚ ਪਤਾ ਲੱਗਦਾ ਨਹੀਂ, ਤੇ ਸਾਰੀ ਰਾਤ ਹੀ ਬਸ ਚੱਕਰ ਕੱਟਦਿਆਂ ਦੀ ਨਿਕਲ ਜਾਂਦੀ ਹੈ। ਤੇ ਜਦੋਂ ਸੂਰਜ ਚੜ੍ਹਦਾ, ਚਾਨਣ ਹੁੰਦਾ, ਫਿਰ ਉਹ ਚੱਕਵੀ ਨੂੰ ਚੱਕਵਾ ਨਜ਼ਰ ਆਉਂਦਾ, ਫਿਰ ਉਹ ਇਕੱਠੇ ਹੁੰਦੇ ਨੇ। ਸਤਿਗੁਰੂ ਕਹਿੰਦੇ ਨੇ ਵੀ ਇਹੋ ਜਿਹਾ ਪਿਆਰ ਤੁਹਾਡਾ ਵੀ ਉਸ ਵਾਹਿਗੁਰੂ ਦੇ ਨਾਲ ਹੋਣਾ ਚਾਹੀਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੀ ਸਾਡੀ ਸੁਰਤ ਹੈ ਉਹ ਚੱਕਵੀ ਹੈ ਤੇ ਗੁਰੂ ਸੂਰਜ ਨੇ, ਤੇ ਸਾਡੀ ਸੁਰਤ ਦਾ ਗੁਰੂ ਨਾਲ ਇੰਨਾ ਪਿਆਰ ਹੋਣਾ ਚਾਹੀਦਾ ਹੈ, ਖਿੰਨ ਪਲ ਨੀਂਦ ਨਾ ਸੋਵਈ। ਜਿਵੇਂ ਚੱਕਵੀ ਚੱਕਵੇ ਤੋਂ ਬਿਨਾਂ ਖਿੰਨ ਤੇ ਪਲ ਭਰ ਵੀ ਨੀਂਦ ਵਿੱਚ ਸੌ ਨਹੀਂ ਸਕਦੀ,
ਜਾਣਾ ਦੂਰ ਹਜੂਰ, ਉਹ ਆਪਣੇ ਪਤੀ ਪਰਮੇਸ਼ਰ ਨੂੰ ਦੂਰ ਜਾਣਦੀ ਹੋਈ ਵੀ ਉਸ ਨੂੰ ਨੇੜੇ ਸਮਝਦੀ ਹੈ। ਇਸੇ ਤਰ੍ਹਾਂ ਸਾਡਾ ਮਨ ਚਾਹੇ ਵਾਹਿਗੁਰੂ ਕਿੰਨਾ ਵੀ ਦੂਰ ਹੈ ਉਹਨੂੰ ਨੇੜੇ ਸਮਝੇ, ਹਮੇਸ਼ਾ ਅੰਗ ਸੰਗ ਜਾਣੇ। ਤੇ ਇਹੋ ਜੀ ਪ੍ਰੀਤੀ ਸਾਨੂੰ ਵਾਹਿਗੁਰੂ ਦੇ ਨਾਲ ਕਰਨੀ ਚਾਹੀਦੀ ਹੈ। ਮਨ ਮੁਖ ਸੋਝੀ ਨਾ ਪਵੈ, ਗੁਰਮੁਖ ਸਦਾ ਹਜ਼ੂਰ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮਨਮੁਖਾਂ ਨੂੰ ਇਸ ਗੱਲ ਦੀ ਸੋਝੀ ਨਹੀਂ ਪ੍ਰਾਪਤ ਹੋ ਸਕਦੀ। ਹਾਂ, ਗੁਰਮੁਖਾਂ ਨੂੰ ਉਹ ਵਾਹਿਗੁਰੂ ਹਮੇਸ਼ਾ ਲਈ ਹਾਜ਼ਰ ਨਾਜ਼ਰ ਹੁੰਦਾ ਹੈ। ਮਨਮੁਖ ਗਣਤ ਗਣਾਵਣੀ, ਕਰਤਾ ਕਰੇ ਸੋ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਮਨਮੁਖ ਲੋਕ ਨੇ ਉਹ ਤਾਂ ਆਪਣੀ ਗਿਣਤੀ ਗਣਾਉਂਦੇ ਨੇ। ਜਿਹੜੇ ਮਨਮੁਖ ਲੋਕ ਨੇ ਉਹ ਤੇ ਕੋਈ ਨਾ ਕੋਈ ਨੁਕਤਾ ਚੀਨੀ ਕਰਕੇ ਆਪਣੀ ਗਿਣਤੀ ਗਣਾਉਂਦੇ ਨੇ। ਕਰਤਾ ਕਰੇ ਸੋ ਹੋਏ, ਜੋ ਕਰਤਾ ਪੁਰਖ ਵਾਹਿਗੁਰੂ ਕਰਦਾ ਭਾਈ ਹੁੰਦਾ ਤੇ ਉਹੀ ਹੈ। ਤਾਕੀ ਕੀਮਤ ਨਾ ਪਵੈ, ਜੇ ਲੋਚੈ ਸਭ ਕੋਏ। ਜਿੰਨੇ ਵੀ ਮਨਮੁਖ ਲੋਕ ਨੇ, ਭਾਵੇਂ ਸਭ ਕੋਈ ਭਾਵ ਹਰ ਮਨਮੁਖ ਆਦਮੀ ਇਸ ਗੱਲ ਨੂੰ ਚਾਹੁੰਦਾ ਹੈ ਬਈ ਮੈਂ ਗੱਲਾਂ ਦੇ ਨਾਲ ਵਾਹਿਗੁਰੂ ਦੀ ਕੀਮਤ ਪਾ ਲਵਾਂ, ਪਰ ਹਜ਼ੂਰ ਕਹਿੰਦੇ ਗੱਲਾਂ ਦੇ ਨਾਲ ਵਾਹਿਗੁਰੂ ਦੀ ਕੀਮਤ ਨਹੀਂ ਪ੍ਰਾਪਤ ਹੋ ਸਕਦੀ। ਗੁਰਮਤਿ ਹੋਏ ਤਾਂ ਪਾਈਐ, ਸੱਚ ਮਿਲੈ ਸੁਖ ਹੋਏ। ਹਾਂ, ਜੇ ਤੁਸੀਂ ਵਾਹਿਗੁਰੂ ਦੀ ਕੀਮਤ ਪਾਉਣੀ ਹੈ, ਭਾਵ ਉਸ ਦਾ ਗਿਆਨ ਹਾਸਲ ਕਰਨਾ ਹੈ ਜਾਂ ਉਸ ਨੂੰ ਮਿਲਣਾ ਹੈ, ਗੁਰਮਤਿ ਹੋਏ ਤਾਂ ਪਾਈਐ, ਫਿਰ ਗੁਰੂ ਦੀ ਮੱਤ ਨੂੰ ਧਾਰਨ ਕਰਨਾ ਪਏਗਾ। ਮਨਮੁਖ ਨੂੰ ਵੀ ਇਹ ਸਿੱਖਿਆ ਦਿੰਦੇ ਨੇ ਵੀ ਤੂੰ ਵੀ ਗੁਰੂ ਦੀ ਮੱਤ ਨੂੰ ਧਾਰਨ ਕਰੇਗਾ ਤਾਂ ਤੈਨੂੰ ਵਾਹਿਗੁਰੂ ਦੀ ਕੀਮਤ ਪ੍ਰਾਪਤ ਹੋ ਸਕਦੀ ਹੈ। ਸੱਚ ਮਿਲੈ ਸੁਖ ਹੋਏ, ਸੱਚ ਦੇ ਨਾਲ ਮਿਲ ਕੇ ਹੀ ਸੱਚਾ ਸੁਖ ਪ੍ਰਾਪਤ ਹੁੰਦਾ ਹੈ। ਸੱਚਾ ਨੇਹੁ ਨ ਟੁੱਟਈ, ਜੇ ਸਤਿਗੁਰ ਭੇਟੈ ਸੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਸੱਚਾ ਪ੍ਰੇਮ ਹੈ, ਜਿਵੇਂ ਪ੍ਰੇਮ ਤੇ ਪਿੱਛੇ ਕਈ ਉਦਾਹਰਣਾਂ ਦਿੱਤੀਆਂ ਨੇ ਸਤਿਗੁਰੂ ਨੇ, ਜਿਹੜਾ ਸੱਚਾ ਪ੍ਰੇਮ ਹੈ ਉਹ ਕਦੇ ਟੁੱਟ ਨਹੀਂ ਸਕਦਾ। ਪਰ ਉਹ ਲੱਗਦਾ ਕਿਵੇਂ ਹੈ? ਜੇ ਸਤਿਗੁਰ ਭੇਟੈ ਸੋਏ, ਵੀ ਜੇ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਸਰੂਪ ਸੱਚੇ ਸਤਿਗੁਰੂ ਮਿਲ ਜਾਣ, ਉਹਨਾਂ ਦੀ ਕਿਰਪਾ ਦੇ ਨਾਲ ਹੀ ਸੱਚਾ ਪ੍ਰੇਮ ਲੱਗਦਾ ਹੈ। ਗਿਆਨ ਪਦਾਰਥ ਪਾਈਐ, ਤ੍ਰੈ ਭਵਨ ਸੋਝੀ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੀ ਕਿਰਪਾ ਦੁਆਰਾ ਹੀ ਗਿਆਨ ਰੂਪੀ ਪਦਾਰਥ ਪ੍ਰਾਪਤ ਹੁੰਦਾ ਹੈ। ਪਿੱਛੇ ਵੀ ਸਤਿਗੁਰੂ ਨੇ ਆਖਿਆ ਸੀ ਨਾ, ਭਾਈ ਰੇ ਗੁਰਬਿਨ ਗਿਆਨ ਨਾ ਹੋਏ। ਗਿਆਨ ਪਦਾਰਥ ਪਾਈਐ, ਗੁਰੂ ਦੀ ਕਿਰਪਾ ਨਾਲ ਹੀ ਗਿਆਨ ਦਾ ਪਦਾਰਥ ਪ੍ਰਾਪਤ ਕਰੀਦਾ ਹੈ। ਤੇਰੇ ਭਵਨ ਸੋਝੀ ਹੋਏ, ਤੇ ਜਦੋਂ ਗਿਆਨ ਪ੍ਰਾਪਤ ਹੋ ਜਾਵੇ ਤਿੰਨੇ ਭਵਨਾਂ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ ਵੀ ਤਿੰਨੇ ਭਵਨਾਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ, ਇਹ ਸੋਝੀ ਪ੍ਰਾਪਤ ਹੋ ਜਾਂਦੀ ਹੈ। ਨਿਰਮਲ ਨਾਮ ਨ ਵਿਸਰੈ, ਜੇ ਗੁਣ ਕਾ ਗਾਹਕ ਹੋਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਨੂੰ ਕਦੇ ਵੀ ਵਾਹਿਗੁਰੂ ਦਾ ਪਵਿੱਤਰ ਨਾਮ ਵਿਸਰਦਾ ਨਹੀਂ ਹੈ। ਜੇ ਗੁਣ ਕਾ ਗਾਹਕ ਹੋਏ, ਜਿਹੜਾ ਭਾਈ ਦੇਵੀ ਗੁਣਾਂ ਦਾ ਗਾਹਕ ਬਣ ਜਾਵੇ। ਸਭ ਤੋਂ ਉੱਚਾ ਸੁੱਚਾ ਗੁਣ ਹੈ ਗਿਆਨ ਦਾ, ਦੂਸਰੇ ਨੰਬਰ ਤੇ ਹੈ ਪ੍ਰੇਮ ਦਾ। ਜਿਸ ਦੇ ਮਨ ਦੇ ਵਿੱਚ ਪ੍ਰੇਮ ਤੇ ਗਿਆਨ ਆ ਜਾਂਦਾ ਹੈ, ਤੀਸਰੇ ਨੰਬਰ ਤੇ ਵੈਰਾਗ, ਚੌਥੇ ਨੰਬਰ ਤੇ ਵਿਵੇਕ ਆ ਜਾਂਦਾ ਹੈ। ਜਿਹੜਾ ਐਸੇ ਗੁਣਾਂ ਦਾ ਗਾਹਕ ਹੋਵੇ ਉਹਨੂੰ ਭਾਈ ਫਿਰ ਕਦੇ ਵੀ ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ, ਉਹ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਦਾ ਸਿਮਰਨ ਕਰਦਾ ਹੈ। ਖੇਲ ਗਏ ਸੇ ਪੰਖਣੂ, ਜੋ ਚੁਗਦੈ ਸਰ ਤਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਗੇ ਵੈਰਾਗਮਈ ਉਪਦੇਸ਼ ਦਿੰਦੇ ਹਨ ਕਿ ਇਹ ਮਨਾ ਪੰਖਣੂ ਦਾ ਅਰਥ ਹੈ ਉਹ ਪੰਛੀ। ਖੇਲ ਗਏ ਸੇ ਪੰਖਣੂ, ਉਹ ਪੰਛੀ ਵੀ ਭਾਈ ਇੱਥੋਂ ਉਡਾਰੀ ਮਾਰ ਗਏ ਨੇ, ਉਹ ਵੀ ਇੱਥੋਂ ਪ੍ਰਵਾਜ਼ ਕਰ ਗਏ ਨੇ। ਜੋ ਚੁਗਦੇ ਸਰ ਤਲ, ਜਿਹੜੇ ਸਰੋਵਰ ਦੇ ਕਿਨਾਰਿਆਂ ਤੇ ਬੈਠ ਕੇ ਚੋਗ ਚੁਗਦੇ ਸਨ। ਇਹਦਾ ਮਤਲਬ ਆ ਜਿਹੜਾ ਸੰਸਾਰ ਹੈ ਇਹੀ ਇੱਕ ਸਰੋਵਰ ਹੈ। ਇਹਦੇ ਕਿਨਾਰੇ ਤੇ ਬੈਠ ਕੇ ਜਿਹੜੇ ਜੀਵ ਰੂਪ ਪੰਛੀ, ਬੜੇ ਬੜੇ ਰਾਜੇ ਮਹਾਰਾਜੇ ਰਈਸ਼ ਬੰਦੇ ਇੱਥੇ ਚੋਗ ਚੁਗਦੇ ਸਨ, ਪਦਾਰਥਾਂ ਦਾ ਚੋਗ ਚੁਗਦੇ ਸਨ, ਉਹ ਵੀ ਇੱਥੋਂ ਪ੍ਰਵਾਜ਼ ਕਰ ਗਏ। ਘੜੀ ਕੇ ਮੁਹਤ ਕੇ ਚੱਲਣਾ, ਖੇਲਣ ਅੱਜ ਕੇ ਕੱਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਮਨਾ ਘੜੀ ਜਾਂ ਮੋਹਤ ਅੱਧੀ ਘੜੀ ਨੂੰ ਤੂੰ ਵੀ ਉੱਠ ਕੇ ਚਲੇ ਜਾਣਾ ਹੈ। ਖੇਲਣ ਅੱਜ ਕੇ ਕੱਲ, ਅੱਜ ਜਾਂ ਕੱਲ ਨੂੰ ਆਪਾਂ ਵੀ ਇੱਥੋਂ ਉਡਾਰੀ ਮਾਰ ਜਾਣੀ ਹੈ, ਆਪਾਂ ਵੀ ਖੇਡ ਜਾਣੀ ਹੈ, ਆਪਾਂ ਵੀ ਪ੍ਰਵਾਜ਼ ਕਰ ਜਾਣੀ ਹੈ।
ਇਸ ਤਰ੍ਹਾਂ ਹਰ ਬੰਦੇ ਨੂੰ ਆਪਣੀ ਮੌਤ ਕਰੀਬ ਕਰੀਬ ਯਾਦ ਰੱਖਣੀ ਚਾਹੀਦੀ ਹੈ। ਜਿਸ ਤੂੰ ਮਿਲਹਿ ਸੋ ਮਿਲੈ, ਜਾਏ ਸੱਚਾ ਪਿੜ ਮਲ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ ਸੰਬੋਧਨ ਕਰਕੇ ਆਖਦੇ ਨੇ, ਜਿਸ ਤੂੰ ਮਿਲਹਿ ਸੋ ਮਿਲੈ। ਹੇ ਵਾਹਿਗੁਰੂ, ਜਿਸ ਨੂੰ ਤੂੰ ਆਪਣੇ ਨਾਲ ਮਿਲਦਾ ਹੈ ਉਹੀ ਤੈਨੂੰ ਆ ਕੇ ਮਿਲ ਸਕਦਾ ਹੈ। ਜਾਏ ਸੱਚਾ ਪਿੜ ਮਲ, ਉਹ ਗੁਰਮੁਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਜਾ ਕੇ ਵੀ ਸੱਚਾ ਪਿੜ ਮਲ ਲੈਂਦੇ ਨੇ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਇੱਥੋਂ ਤਾਂ ਸਾਰੇ ਹੀ ਪੰਛੀ ਉਡਾਰੀ ਮਾਰ ਕੇ ਚਲੇ ਜਾਂਦੇ ਨੇ, ਪਰ ਸਤਿਗੁਰੂ ਕਹਿੰਦੇ ਦਰਗਾਹ ਦੇ ਵਿੱਚ ਵਿਰਲੇ ਹੀ ਗੁਰਮੁਖ ਹਨ ਜਿਹੜੇ ਜਾ ਕੇ ਸੱਚਾ ਪਿੜ ਮਲਦੇ ਹਨ। ਬਿਨ ਗੁਰ ਪ੍ਰੀਤ ਨਾ ਉਪਜੈ, ਹਾਂ ਮੈਂ ਮੈਲ ਨ ਜਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਗੁਰੂ ਦੀ ਕਿਰਪਾ ਤੋਂ ਵਾਹਿਗੁਰੂ ਦੀ ਪ੍ਰੀਤੀ ਨਹੀਂ ਪ੍ਰਗਟ ਹੋ ਸਕਦੀ, ਤੇ ਜਿੰਨਾ ਚਿਰ ਅੰਦਰ ਪ੍ਰੀਤੀ ਪ੍ਰੇਮ ਪੈਦਾ ਨਹੀਂ ਹੁੰਦਾ, ਹਉਮੈ ਮੈਲ ਨਾ ਜਾਏ, ਉਹਨਾਂ ਚਿਰ ਹਉਮੈ ਦੀ ਮੈਲ ਵੀ ਨਹੀਂ ਜਾ ਸਕਦੀ। ਸੋਹੰ ਆਪ ਪਛਾਣੀਐ, ਸ਼ਬਦ ਭੇਦ ਪਤਿਆਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਗੁਰੂ ਕੇ ਸ਼ਬਦ ਦੁਆਰਾ ਇਸ ਭੇਤ ਨੂੰ ਸਮਝ ਲਈਏ, ਸੋਹੰ ਬਈ ਉਹੀ ਮੈਂ ਹਾਂ, ਉਹ ਪਰਮਾਤਮਾ ਮੈਂ ਹਾਂ, ਇਹਦਾ ਮਤਲਬ ਇਹ ਹੈ ਉਹ ਵਾਹਿਗੁਰੂ ਹੀ ਆਤਮਾ ਰੂਪ ਹੋ ਕੇ ਸਾਡੇ ਅੰਦਰ ਵਸ ਰਿਹਾ ਹੈ। ਸੋਹੰ ਦਾ ਅਰਥ ਹੈ ਉਹ ਮੈਂ ਹਾਂ, ਉਹ ਪਰਮਾਤਮਾ ਆਤਮਾ ਰੂਪ ਹੋ ਕੇ ਮੇਰੇ ਅੰਦਰ ਵਸ ਰਿਹਾ ਹੈ। ਇਉਂ ਜਦੋਂ ਸੋਹੰ ਆਪ ਪਛਾਣੀਏ, ਬਈ ਸੋਹੰ ਦਾ ਅਰਥ ਉਸ ਵਾਹਿਗੁਰੂ ਨੂੰ ਆਪਣਾ ਆਪ ਰੂਪ ਕਰਕੇ ਪਛਾਣ ਲਈਏ ਤੇ ਪਤੀਆਏ, ਫਿਰ ਉਸ ਉੱਤੇ ਮਨ ਪਤੀ ਜਾਂਦਾ ਹੈ। ਗੁਰਮੁਖ ਆਪ ਪਛਾਣੀਐ, ਅਵਰ ਕੇ ਕਰੇ ਕਰਾਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਆਪ ਪਛਾਣੀਐ, ਗੁਰੂ ਦੀ ਕਿਰਪਾ ਨਾਲ ਹੀ ਆਪਣੇ ਆਪੇ ਨੂੰ ਪਛਾਣੀਦਾ ਹੈ, ਉਸ ਵਾਹਿਗੁਰੂ ਨੂੰ ਆਤਮਾ ਰੂਪ ਕਰਕੇ ਪਛਾਣੀਦਾ ਹੈ। ਅਵਰ ਕੇ ਕਰੇ ਕਰਾਏ, ਭਾਈ ਇਸ ਤੋਂ ਬਿਨਾਂ ਜੀਵ ਜਿਹੜੇ ਹੋਰ ਕੁਛ ਕਰਦੇ ਕਰਾਉਂਦੇ ਫਿਰਦੇ ਨੇ, ਉਹ ਕਿਸੇ ਲੇਖੇ ਵਿੱਚ ਨਹੀਂ ਪੈ ਸਕਦਾ। ਮਿਲਿਆ ਕਾ ਕਿਆ ਮੇਲੀਐ, ਸ਼ਬਦ ਮਿਲੇ ਪਤਿਆਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਗੁਰੂ ਕੇ ਸ਼ਬਦ ਦੁਆਰਾ ਪਤਿਆਏ, ਆਪਣੇ ਮਨ ਨੂੰ ਪਤਿਆ ਕੇ ਉਸ ਵਾਹਿਗੁਰੂ ਨੂੰ ਮਿਲੇ ਨੇ। ਮਿਲਿਆ ਕਾ ਕਿਆ ਮਿਲੀਐ, ਫਿਰ ਜਿਹੜੇ ਪਹਿਲਾਂ ਹੀ ਮਿਲ ਗਏ ਨੇ ਉਹਨਾਂ ਦਾ ਹੋਰ ਕੀ ਭਾਈ ਮਿਲਣਾ ਹੈ। ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਏ ਰੇ ਸੋਈ, ਜੇ ਬਹੁ ਤੇਰਾ ਲੋਚੀਆ ਬਾਤੀ ਮੇਲ ਨਾ ਹੋਈ। ਜਿਹੜੇ ਗੁਰੂ ਕੇ ਸ਼ਬਦ ਦੁਆਰਾ ਆਪਣੇ ਮਨ ਨੂੰ ਪਤੀਜ ਕੇ ਵਾਹਿਗੁਰੂ ਨੂੰ ਮਿਲ ਗਏ ਨੇ, ਉਹਨਾਂ ਮਿਲਿਆਂ ਦਾ ਭਾਈ ਹੋਰ ਕੀ ਮਿਲਣਾ ਹੈ। ਮਨ ਮੁਖ ਸੋਝੀ ਨਾ ਪਵੈ, ਵਿਛੜ ਝੋਟਾਂ ਖਾਏ। ਪਰ ਜਿਹੜਾ ਮਨਮੁਖ ਆਦਮੀ ਹੈ ਉਸ ਨੂੰ ਇਸ ਗੱਲ ਦੀ ਸੋਝੀ ਨਹੀਂ ਪ੍ਰਾਪਤ ਹੁੰਦੀ ਵੀ ਕਿਵੇਂ ਪਰਮੇਸ਼ਰ ਦੇ ਨਾਲ ਮਿਲਿਆ ਜਾਂਦਾ ਹੈ। ਵਿਛੜ ਚੋਟਾਂ ਖਾਇਓ, ਤੇ ਭਾਈ ਗੁਰੂ ਤੋਂ ਵਿਛੜ ਕੇ, ਬਾਣੀ ਤੋਂ ਟੁੱਟ ਕੇ, ਸਿੱਖੀ ਨਾਲੋਂ ਬੇਮੁਖ ਹੋ ਕੇ ਉਹ ਤੇ ਦਰ ਦਰ ਠੋਕਰਾਂ ਖਾਂਦਾ ਫਿਰਦਾ ਹੈ। ਨਾਨਕ ਦਰ ਘਰ ਏਕ ਹੈ, ਅਵਰ ਨ ਦੂਜੀ ਜਾਏ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਡਾ ਤੇ ਦਰ ਤੇ ਸਾਡਾ ਤੇ ਘਰ ਇੱਕੋ ਹੀ ਅਕਾਲ ਪੁਰਖ ਵਾਹਿਗੁਰੂ ਹੀ ਹੈ। ਅਸੀਂ ਤੇ ਉਸ ਵਾਹਿਗੁਰੂ ਦੇ ਦਰ ਘਰ ਨੂੰ ਛੱਡ ਕੇ ਹੋਰ ਕਿਸੇ ਪਾਸੇ ਜਾਣ ਜੋਗੇ ਨਹੀਂ ਹਾਂ। ਅਵਰ ਨਾ ਦੂਜੀ ਜਾਏ, ਹੋਰ ਕੋਈ ਦੂਸਰੀ ਜਗ੍ਹਾ ਵੀ ਤੇ ਨਹੀਂ ਹੈ। ਉਸ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਸਰੀ ਜਗ੍ਹਾ ਨਹੀਂ ਜਿੱਥੇ ਜਾ ਕੇ ਸਾਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਣ, ਜਨਮ ਮਰਨ ਤੋਂ ਛੁਟਕਾਰਾ ਮਿਲ ਜਾਵੇ ਤੇ ਸਾਰੇ ਦੁੱਖਾਂ ਤੋਂ ਛੁੱਟ ਜਾਈਏ। ਅਕਾਲ ਪੁਰਖ ਤੋਂ ਬਿਨਾਂ ਐਸੀ ਕਿਹੜੀ ਦੂਜੀ ਥਾਂ ਹੈ। ਇਸੇ ਲਈ ਤਾਂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਹੈ, ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ, ਬਾਹੇ ਗਹਿ ਕੀ ਲਾਜੇ ਅਸ ਗੋਬਿੰਦ ਦਾਸ ਤੁਹਾਰ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਇਹ ਸਿਧਾਂਤ ਕਲਗੀਧਰ ਪਾਤਸ਼ਾਹ ਨੇ ਨਿਰੂਪਣ ਕੀਤਾ। ਅਵਰ ਨਾ ਦੂਜੀ ਜਾਏ, ਵੀ ਹੋਰ ਕੋਈ ਦੂਜੀ ਜਗ੍ਹਾ ਹੀ ਨਹੀਂ, ਇੱਕੋ ਵਾਹਿਗੁਰੂ ਦਾ ਦਰ ਘਰ ਹੀ ਸਾਡੇ ਲਈ ਕਾਫੀ ਹੈ। ਅਸੀਂ ਉਸ ਨੂੰ ਛੱਡ ਕੇ ਹੋਰ ਕਿਸੇ ਪਾਸੇ ਜਾ ਨਹੀਂ ਸਕਦੇ। ਇਹ ਐਸੀ ਪਾਵਨ ਪਵਿੱਤਰ ਸਿੱਖਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ। ਆਪਾਂ ਇਸ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ।
ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਮਨ ਮੁਖ ਸੋਝੀ ਨਾ ਪਵੈ, ਵਿਛੜ ਝੋਟਾ ਖਾਏ। ਨਾਨਕ ਦਰ ਘਰ ਏਕ ਹੈ, ਅਵਰ ਨ ਦੂਜੀ ਜਾਏ।